लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार। लोग जाने ही गीत है, लोग जाने ही गीत है, लोग जाने ही गीत है। वाहिगुरु जी का खालसा वाहिगुरु जी की फतेह। अंग है 534। ਹੁਣ तक 30 शब्द संपूर्ण होए ने। राग देव गंधारी महला पंजवा। घर चौथा। एक ओंकार सतगुर प्रसाद। करत फिरे बन भेख मोहन रहत निरार। रहाओ। हाँ जी। राग देव गंधारी महला पंजवा। घर चौथा। एक ओंकार सतगुर प्रसाद। करत फिरे बन भेख मोहन रहत निरार। रहाओ। राग देव गंधारी महला पंजवा। घर चौथा। पंचम पातशाह ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਿਰਤਾਜ, ਉਹਨਾਂ ਦਾ ਇਹ ਸ਼ਬਦ ਆਰੰਭ ਕਰਦੇ ਨੇ ਮਹਾਰਾਜ। ਇਸ ਨੂੰ ਚੌਥੇ ਘਰ ਵਿੱਚ ਗਾਉਣ ਦੀ ਤਾਕੀਦ ਕਰਦੇ ਨੇ, ਰਾਗੀਆਂ ਵਾਸਤੇ, ਗਾਉਣ ਵਾਲਿਆਂ ਵਾਸਤੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਪ੍ਰਮਾਤਮਾ ਇੱਕ ਹੈ, ਇੱਕ ਰਸ ਹੈ, ਸਰਵ ਵਿਆਪਕ ਹੈ। ਇਹ ਸਤਿਗੁਰੂ ਦੀ ਕਿਰਪਾ ਦੁਆਰਾ ਉਹਦੀ ਬਖਸ਼ਿਸ਼ ਹੁੰਦੀ ਹੈ। ਕਰਤ ਫਿਰੇ ਬਨ ਭੇਖ ਮੋਹਨ ਰਹਿਤ ਨਿਰਾਰ। ਰਹਾਉ। ਰਹਾਉ ਦੀ ਇਸ ਪੰਕਤੀ ਵਿੱਚ ਹੀ ਮਹਾਰਾਜ ਨੇ ਗੱਲ ਕਲੀਅਰ ਕੀਤੀ ਕਿ ਬਾਹਰਲੇ ਭੇਖ ਕਰਨ ਨਾਲ ਉਹ ਪਰਮਾਤਮਾ ਨਹੀਂ ਮਿਲਦਾ। ਭੇਖ ਨਾਲ ਪਰਮਾਤਮਾ ਦਾ ਕੋਈ ਸੰਬੰਧ ਨਹੀਂ। ਕਰਤ ਫਿਰੇ ਕਹਿੰਦੇ ਲੋਕ ਬੜੇ ਭੇਖ ਕਰ ਕਰ ਫਿਰਦੇ ਰਹੇ। ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ। ਹਾਂ, ਲੋਕਾਂ ਨੂੰ ਦੇ ਬਸ ਕਰ ਸਕਦੇ ਹਾਂ, ਲੋਕਾਂ ਨੂੰ ਪਿੱਛੇ ਲਾ ਸਕਦੇ ਹਾਂ ਅਸੀਂ ਆਪਣੇ, ਪਰ ਉਸ ਪਰਮਾਤਮਾ ਤੋਂ ਵੱਖਰੇ ਰਹੇ, ਉਹਨੂੰ ਮਿਲ ਨਾ ਸਕੇ, ਸਿਰਫ ਭੇਖਾਂ ਤੱਕ ਹੀ ਸੀਮਿਤ ਰਹੇ। ਹਾਂਜੀ। कथन सुनावन गीत नीके गावन। कथन सुनावन गीत नीके गावन। मन मह तरते गार। कथन सुनावन गीत नीके गावन। मन मैं धरते गार। ਮਾਰੇ ਕਹਿੰਦੇ ਉਸ ਤਰ੍ਹਾਂ ਬੜੇ ਵਧੀਆ ਉਪਦੇਸ਼ ਦਿੰਦੇ ਨੇ, ਬੜੇ ਵਧੀਆ। ਗੁਰੂ ਨਾਨਕ ਪਾਤਸ਼ਾਹ ਨੇ ਵੀ ਆਪਾਂ ਪੜ੍ਹਾਏ ਆ ਆਸਾ ਰਾਗ ਵਿੱਚ। ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜ। ਜਿਨ ਅੰਤਰ ਕਪਟ ਵਿਕਾਰ ਹੈ ਤਿਨਾ ਰੋਏ ਕਿਆ ਕੀਜੈ। ਇੱਥੇ ਪੰਚਮ ਪਾਤਸ਼ਾਹ ਮਹਾਰਾਜ ਵੀ ਇਹੀ ਗੱਲ ਕਹਿੰਦੇ ਨੇ ਕਿ ਬੋਲਣਾ ਇੱਕ ਕਲਾ ਹੈ, ਗਾਉਣਾ ਵੀ ਇੱਕ ਕਲਾ ਹੈ। ਇਹਦਾ ਪਰਮਾਤਮਾ ਨਾਲ ਕੋਈ ਬਹੁਤਾ ਸੰਬੰਧ ਨਹੀਂ। ਤੁਸੀਂ ਲੋਕਾਂ ਨਾਲ ਆਪਣੀ ਕਲਾ ਨਾਲ ਲੋਕਾਂ ਨੂੰ ਰਵਾ ਸਕਦੇ ਹੋ, ਹਸਾ ਸਕਦੇ ਹੋ, ਭਾਵੁਕ ਕਰ ਸਕਦੇ ਹੋ, ਇਹ 'ਚ ਕੋਈ ਸ਼ੱਕ ਨਹੀਂ। ਪਰ ਕੀ ਤੁਸੀਂ ਮਿਲੇ ਹੋਏ ਹੋ ਕਿ ਨਹੀਂ ਉਸ ਮਾਲਕ ਨੂੰ? ਜਿਸ ਆਨੰਦ ਦੀ ਅਸੀਂ ਗੱਲ ਕਰਦੇ ਹਾਂ, ਕੀ ਪਹਿਲਾਂ ਆਪ ਉਹਨੂੰ ਪ੍ਰਾਪਤ ਕੀਤਾ ਕਿ ਨਹੀਂ ਕੀਤਾ? ਗੱਲ ਤਾਂ ਉਹਦੀ ਹੈ, ਮਿਲਣਗੇ ਤਾਂ ਉਹੀ ਹੋਈ। ਨਹੀਂ ਤਾਂ ਮਾਰੇ ਕਹਿੰਦੇ ਅਵਰ ਉਪਦੇਸਾ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ। ਉੱਥੇ ਜੰਮਣ ਮਰਨ ਦੇ ਗੇੜ ਵਿੱਚ ਬਣਿਆ ਰਹੇਗਾ। ਕਥਨ ਸੁਨਾਵਨ ਗੀਤ ਨੀਕੇ ਗਾਵਣ। ਕਹਿੰਦੇ ਬੜਾ ਵਧੀਆ ਕਥ ਕੇ ਬਿਆਨ ਕਰਕੇ, ਕਥਾ ਕਰ ਕਰਕੇ ਸੁਣਾਉਣਾ, ਸੋਹਣੇ ਢੰਗ ਨਾਲ ਗਾਉਣਾ। ਮਨ ਮੈਂ ਧਰਤੇ ਗਾਰ। ਪਰ ਮਨ ਵਿੱਚ ਅੰਦਰ ਗੰਦ ਪਿਆ। ਅੰਦਰ ਤੇ ਕਾਮ ਹੈ, ਕ੍ਰੋਧ ਹੈ, ਈਰਖਾ ਹੈ, ਹਉਮੈ ਹੈ, ਹੰਕਾਰ ਹੈ।
ਅੰਦਰ ਤੇ ਗੰਦ ਭਰਿਆ ਪਿਆ, ਬਾਹਰੋਂ ਬੜਾ ਵਧੀਆ ਬੋਲਦੇ ਨੇ। ਹਾਂਜੀ। ਹਤ ਸੁੰਦਰ ਬਹੁ ਚਤੁਰ ਸਿਆਣੇ, ਅਤ ਸੁੰਦਰ ਬਹੁ ਚਤੁਰ ਸਿਆਣੇ, ਵਿਦਿਆ ਰਸਨਾ ਚਾਰ, ਵਿਦਿਆ ਰਸਨਾ ਚਾਰ, ਮਾਨ ਮੋਹ ਮੇਰ ਤੇਰ ਵਿਵਰਜਤ, ਤੇਰ ਵਿਵਰਜਤ, ਇਹ ਮਾਰਗ ਖੰਡੇ ਤਾਰ, ਅਤ ਸੁੰਦਰ ਬਹੁ ਚਤੁਰ ਸਿਆਣੇ, ਵਿਦਿਆ ਰਸਨਾ ਚਾਰ। ਚਿਹਰੇ ਤੋਂ ਬੜੇ ਪ੍ਰਭਾਵਸ਼ਾਲੀ ਨੇ, ਸੋਹਣੇ ਨੇ। ਅਤ ਸੁੰਦਰ, ਕੁਲੀਨ ਚਤੁਰ, ਮੁੱਖ ਗਿਆਨੀ, ਧਨਵੰਤ। ਮਾਰੇ ਕਹਿੰਦੇ ਜੇ ਬੰਦੇ 'ਚ ਇੰਨੇ ਗੁਣ ਹੋਣ, ਅਤ ਸੁੰਦਰ, ਬੜਾ ਸੋਹਣਾ ਹੋਵੇ, ਅਤ ਸੁੰਦਰ, ਕੁਲੀਨ, ਉੱਚੀ ਕੁੱਲ ਦਾ ਵੀ ਹੋਵੇ, ਚਤੁਰ, ਬੜਾ ਚੁਸਤ ਚਲਾਕ, ਅਤ ਸੁੰਦਰ ਕੁਲੀਨ ਚਤੁਰ, ਮੁੱਖ ਗਿਆਨੀ, ਮੁੱਖੋਂ ਗਿਆਨ ਦੀਆਂ ਗੱਲਾਂ ਕਰਨ ਵਾਲਾ ਹੋਵੇ, ਤੇ ਅਗਲਾ ਗੁਣ ਹੋਵੇ ਉਹ 'ਚ ਧਨਵੰਤ, ਪੈਸੇ ਵਾਲਾ ਹੋਵੇ। ਮਿਰਤਕ ਕਹੀਐ ਨਾਨਕਾ ਜੋ ਪ੍ਰੀਤ ਨਹੀਂ ਭਗਵੰਤ। ਮਾਰੇ ਕਹਿੰਦੇ ਮਰਿਆ ਸਮਝੋ ਜੇ ਉਸ ਮਾਲਕ ਨਾਲ ਪ੍ਰੀਤ ਨਹੀਂ, ਇੰਨੇ ਗੁਣ ਹੁੰਦਿਆਂ ਹੋਇਆਂ ਵੀ। ਇੱਥੇ ਪੰਚਮ ਪਾਤਸ਼ਾਹ ਮਹਾਰਾਜ ਵੀ ਇਹੀ ਕਹਿੰਦੇ ਨੇ ਗੱਲ ਸਾਨੂੰ, ਅਤ ਸੁੰਦਰ ਬਹੁ ਚਤੁਰ ਸਿਆਣੇ, ਬੜੇ ਸੋਹਣੇ ਨੇ, ਬਾਹਰੋਂ ਵੇਖਣ ਨੂੰ ਪ੍ਰਭਾਵਸ਼ਾਲੀ ਨੇ, ਚਿਹਰੇ ਬੜੇ ਸੋਹਣੇ, ਲਾਲ ਸੋਹਣੀ ਪੋਸ਼ਾਕਾਂ ਪਾਈਆਂ ਨੇ, ਚਤੁਰ ਨੇ, ਸਿਆਣੇ ਨੇ, ਬੜੀਆਂ ਸਿਆਣੀਆਂ ਗੱਲਾਂ ਕਰਦੇ ਨੇ। ਲੋਕ ਪੁੱਛਣ ਆਉਂਦੇ ਨੇ, ਆਪਣੀਆਂ ਪ੍ਰੋਬਲਮ ਦੱਸਣ ਵਾਸਤੇ ਆਉਂਦੇ ਨੇ, ਲੋਕਾਂ ਨੂੰ ਦੱਸਦੇ ਨੇ ਇਹ ਬੰਦਾ ਬੜਾ ਸਿਆਣਾ ਹੈ। ਵਿਦਿਆ ਰਸਨਾ ਚਾਰ, ਇਸ ਵਿਦਿਆ ਨੂੰ, ਪੜ੍ਹਾਈ ਨੂੰ, ਇਸ ਰਸਨਾ ਦੁਆਰਾ ਬੜੇ ਸੋਹਣੇ ਢੰਗ ਨਾਲ ਬੋਲਦੇ ਨੇ, ਉਚਾਰਨ ਬੜੇ ਵਧੀਆ ਨੇ। ਮਾਨ ਮੋਹ ਮੇਰ ਤੇਰ ਵਿਵਰਜਤ, ਇਹ ਮਾਰਗ ਖੰਡੇ ਧਾਰ। ਪਰ ਮਹਾਰਾਜ ਕਹਿੰਦੇ ਇਹ ਜਿਹੜਾ ਮਾਰਗ ਹੈ ਨਾ ਪਰਮਾਤਮਾ ਨੂੰ ਮਿਲਣ ਦਾ, ਇਹ ਤੇ ਖੰਡੇ ਤੇ ਧਾਰ ਵਾਂਗੂ ਤਿੱਖਾ ਹੈ, ਇਹ ਤੇ ਚੱਲਣਾ ਔਖਾ ਹੈ। ਕਿਉਂ? ਕਿਉਂਕਿ ਕੋਈ ਵੀ ਚੀਜ਼ ਬੰਦੇ ਕੋਲੇ ਆਉਂਦੀ, ਚਾਹੇ ਸੁੰਦਰਤਾ ਹੈ, ਚਾਹੇ ਗਿਆਨ ਹੈ, ਚਾਹੇ ਪੈਸਾ ਹੈ, ਉਹਦਾ ਹੰਕਾਰ ਹੋ ਜਾਂਦਾ ਹੈ। ਪਰ ਇਹ ਚੀਜ਼ਾਂ ਵਿਵਰਜਿਤ ਨੇ। ਮਾਰੇ ਕਹਿੰਦੇ ਮਾਨ ਮੋਹ ਮੇਰ ਤੇਰ ਵਿਵਰਜਿਤ, ਇਹ ਤਾਂ ਵਿਵਰਜਿਤ ਹੈ, ਇਹਨਾਂ ਚੀਜ਼ਾਂ ਤੋਂ ਵਰਜਿਆ ਗਿਆ ਸਾਨੂੰ। ਇਹ ਮਾਰਗ ਖੰਡੇ ਧਾਰ, ਇਸ ਪਰਮਾਤਮਾ ਦਾ ਮਾਰਗ ਜਿਹੜਾ ਇਹ ਤੇ ਖੰਡੇ ਧਾਰ ਹੈ ਭਾਈ, ਖੰਡੇ ਦੀ ਧਾਰ ਤੇ ਚੱਲਣ ਦੇ ਵਾਂਗੂ ਹੈ। ਇੱਥੇ ਮੇਰ ਤੇਰ ਨਹੀਂ ਚੱਲੇਗੀ, ਮੋਹ ਨਹੀਂ ਚੱਲੇਗਾ, ਇੱਥੇ ਹੰਕਾਰ ਦੀ ਗੱਲ ਨਹੀਂ ਹੋਏਗੀ, ਕਿਉਂਕਿ ਇਹ ਚੀਜ਼ਾਂ ਨੂੰ ਤਿਆਗਣਾ ਪਏਗਾ। ਹਾਂਜੀ। ਕਹੋ ਨਾਨਕ ਤਿਨ ਭਵ ਜਲ ਤਰਿਅਲੇ, ਕਹੋ ਨਾਨਕ ਤਿਨ ਭਵ ਜਲ ਤਰਿਅਲੇ, ਪ੍ਰਭ ਕਿਰਪਾ ਸੰਤ ਸੰਗਾਰ, ਕਹੋ ਨਾਨਕ ਤਿਨ ਭਵ ਜਲ ਤਰਿਅਲੇ, ਪ੍ਰਭ ਕਿਰਪਾ ਸੰਤ ਸੰਗਾਰ। ਮਹਾਰਾਜ ਕਹਿੰਦੇ ਭਾਈ ਉਹਨਾਂ ਨੇ ਇਹ ਸੰਸਾਰ ਸਾਗਰ ਨੂੰ ਤਰਿਆ ਜਿਨ੍ਹਾਂ ਉੱਤੇ ਪ੍ਰਭੂ ਦੀ ਕਿਰਪਾ ਹੈ ਤੇ ਜਿਨ੍ਹਾਂ ਨੂੰ ਸਾਧ ਸੰਗਤ ਦੀ ਪ੍ਰਾਪਤੀ ਹੈ, ਜਿਹੜੇ ਗੁਰੂ ਦਾ ਸੰਗ ਕਰਦੇ ਨੇ, ਸਤ ਸੰਗਤ ਵਿੱਚ ਆਉਂਦੇ ਨੇ, ਉਹ ਹੀ ਇਸ ਸੰਸਾਰ ਨੂੰ ਤਰ ਸਕਦੇ ਨੇ, ਕਿਉਂਕਿ ਉਹਨਾਂ ਨੂੰ ਇਹ ਚੀਜ਼ ਦਾ ਪਤਾ ਹੈ ਕਿ ਮਾਨ ਮੋਹ ਮੇਰ ਤੇਰ ਵਿਵਰਜਿਤ ਹੈ। ਇਸ ਰਸਤੇ 'ਤੇ ਕਿਸੇ ਵੀ ਚੀਜ਼ ਦਾ ਜੇ ਮਾਨ ਕਰਦੇ ਹਾਂ, ਹੰਕਾਰ ਕਰਦੇ ਹਾਂ, ਮੋਹ ਕਰ ਲੈਂਦੇ ਹਾਂ, ਕਹਿੰਦੇ ਉਹ ਤਾਂ ਫਿਰ ਸਾਨੂੰ ਆਪਣੇ ਰਸਤੇ ਤੋਂ ਥਿੜਕ ਜਾਂਦੇ ਹਾਂ ਅਸੀਂ। ਇਹ ਚੀਜ਼ਾਂ ਵਿਵਰਜਿਤ ਨੇ, ਸਮਝ ਆ ਗਈ। ਉਸ ਪਰਮਾਤਮਾ ਨੂੰ ਸਿਮਰਦੇ ਨੇ, ਧਿਆਉਂਦੇ ਨੇ, ਸਿਰਫ ਉਹਦੇ ਬਣ ਕੇ ਬਸ। ਹਾਂਜੀ। ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ। ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ। ਘਰ ਪੰਜਵਾਂ। ਘਰ ਪੰਜਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੈਂ ਪੇਖਿਓਰੀ ਊਚਾ ਮੋਹਨ ਸਭ ਤੇ ਊਚਾ, ਆਨ ਨ ਸੰਸਰ ਕੋ ਲਾਗੈ, ਢੂੰਡ ਰਹੇ ਹਮ ਊਚਾ, ਰਹਾਉ। ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ। ਘਰ ਪੰਜਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪੰਚਮ ਪਾਤਸ਼ਾਹ ਦੇਵ ਗੰਧਾਰੀ ਰਾਗ ਵਿੱਚ
ਇਸ ਸ਼ਬਦ ਨੂੰ ਪੰਜਵੇਂ ਘਰ ਵਿੱਚ ਗਾਉਣ ਦੀ ਤਕੀਦ ਕਰਦੇ ਨੇ ਮਹਾਰਾਜ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ, ਸਰਵ ਵਿਆਪਕ ਹੈ, ਇੱਕ ਰਸ ਹੈ, ਗੁਰੂ ਦੀ ਕਿਰਪਾ ਨਾਲ ਉਹਦੀ ਪ੍ਰਾਪਤੀ ਹੁੰਦੀ ਮਹਾਰਾਜ ਕਹਿੰਦੇ। ਫਿਰ ਮਹਾਰਾਜ ਇੱਥੇ ਗੱਲ ਸਪਸ਼ਟ ਕਰਦੇ ਨੇ ਇਸ ਸ਼ਬਦ ਵਿੱਚ ਕਿ ਭਾਵੇਂ ਉਹ ਉੱਚਾ ਹੈ, ਅਸੀਂ ਨੀਵੇਂ ਹਾਂ ਬਿਰਤੀ ਕਰਕੇ, ਸੁਰਤ ਕਰਕੇ, ਪਰ ਫਿਰ ਵੀ ਉਹਨੂੰ ਮਿਲਿਆ ਜਾ ਸਕਦਾ, ਉਹਨੂੰ ਵੇਖਿਆ ਜਾ ਸਕਦਾ। ਕਾਹਦੇ ਰਾਹੀਂ? ਗੁਰੂ ਰਾਹੀਂ, ਗਿਆਨ ਦੁਆਰਾ, ਨੌਲੇਜ ਨਾਲ। ਅੱਖਰੀ ਗਿਆਨ ਗੀਤ ਗੁਣ ਗਾ, ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ, ਉਹਦੇ ਨਾਲ ਸੰਜੋਗ ਹੋ ਸਕਦਾ ਹੈ। ਇੱਥੇ ਮਹਾਰਾਜ ਜੀ ਸਪਸ਼ਟ ਕਰਦੇ ਨੇ ਪੰਚਮ ਪਾਤਸ਼ਾਹ, ਮੈਂ ਪੇਖਿਓ ਰੀ ਉੱਚਾ ਮੋਹਨ ਸਭ ਤੇ ਉੱਚਾ। ਐ ਮੇਰੀ ਭੈਣ, ਮੈਂ ਵੇਖਿਆ, ਐ ਮੇਰੇ ਮਿੱਤਰੋ, ਐ ਮੇਰੀ ਸਖੀਓ, ਮੈਂ ਵੇਖਿਆ ਉਸ ਉੱਚੇ ਨੂੰ, ਉਹ ਮੋਹਨ ਮਨ ਨੂੰ ਮੋਹ ਲੈਣ ਵਾਲਾ, ਸਾਰੀ ਸ੍ਰਿਸ਼ਟੀ ਦਾ ਮਾਲਕ, ਇਹ ਸੰਸਾਰ ਵਿੱਚ ਸਭ ਤੋਂ ਉੱਚਾ ਹੈ। ਅਤ ਉੱਚਾ ਤਾਂ ਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਆਨ ਨ ਸੰਸਰ ਕੋ ਲਾਗੈ, ਢੂੰਡ ਰਹੇ ਹਮ ਮੂਚਾ। ਉਹਦੇ ਬਰਾਬਰ ਹੋਰ ਕੋਈ ਹੈ ਹੀ ਨਹੀਂ। ਮੈਂ ਬੜਾ ਲੱਭ ਕੇ ਵੇਖਿਆ, ਬੜਾ ਢੂੰਡ ਕੇ ਵੇਖਿਆ, ਬੜਾ ਖੋਜ ਕੇ ਵੇਖਿਆ, ਉਹਦੇ ਬਰਾਬਰ ਦੁਨੀਆ ਤੇ ਹੈ ਨਹੀਂ ਕੋਈ। ਹਾਂਜੀ। बहु बेअंत अत बड़ो गाहरो, ਬਹੁ ਬੇਅੰਤ ਅਤ ਵੱਡੋ ਗਾਹਰੋ। था नहीं अगहूचा, ਥਾ ਨਹੀਂ ਅਗਹੁਚਾ। तोल ना तुलिय मोल न मुलिय, ਤੋਲ ਨਾ ਤੁਲਿਐ ਕੋਲ ਨਾ ਮੁਲਿਐ। कत पाय मन रुचा, ਕਤ ਪਾਈਐ ਮਨ ਰੁਚਾ। ਬਹੁ ਬੇਅੰਤ ਅਤ ਬੜੋ ਗਾਹਰੋ, ਥਾ ਨਹੀਂ ਅਗਹੁਚਾ। ਮਾਲਕ ਨੇ ਭਾਈ ਬਹੁਤ ਵੱਡਾ ਹੈ, ਉਹ ਇੰਨਾ ਵੱਡਾ ਹੈ ਕਿ ਉਹਦਾ ਥਾ ਕੋਈ ਪਾ ਹੀ ਨਹੀਂ ਸਕਿਆ। ਥਾ ਨਹੀਂ ਅਗਹੁਚਾ, ਜਿਹੜਾ ਅਗਹੁਚਾ ਉਹ ਇੰਨਾ ਵੱਡਾ ਹੈ ਕਿ ਸਾਡੀ ਪਹੁੰਚ ਹੀ ਨਹੀਂ ਉਹਦੇ ਤੱਕ। ਸਾਡੀ ਮਾਲਕ ਕਹਿੰਦੇ ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜੀ ਰਾਮ। ਕਿਉਂਕਿ ਮੱਤ ਨਾਲ ਹੀ ਮਿਲਿਆ ਜਾ ਸਕਦਾ ਨਾ, ਉਹਨੂੰ ਸੁਰਤ ਦੁਆਰਾ ਹੀ ਜੁੜਿਆ ਜਾ ਸਕਦਾ। ਜੇ ਅਸੀਂ ਕਹੀਏ ਕਿ ਮੈਂ ਕਰ ਲਵਾਂਗਾ, ਕਹਿੰਦੇ ਮੈਂ ਨਹੀਂ ਕਰ ਸਕਦਾ, ਮੈਂ ਨਾਲ ਉਸ ਨੂੰ ਮਿਲਿਆ ਹੀ ਨਹੀਂ ਜਾ ਸਕਦਾ। ਅਗਹੁਚਾ ਤੋਲ ਨਾ ਤੁਲੀਐ ਮੋਲ ਨਾ ਮੁਲੀਐ, ਕਤ ਪਾਈਐ ਮਨ ਰੂਚਾ। ਕਿਸੇ ਚੀਜ਼ ਨਾਲ ਉਹਨੂੰ ਤੋਲਿਆ ਨਹੀਂ ਜਾ ਸਕਦਾ, ਅਸੀਂ ਕੰਪੈਰੀਜ਼ਨ ਨਹੀਂ ਕਰ ਸਕਦੇ, ਮੁੱਲ ਨਹੀਂ ਪਾ ਸਕਦੇ ਉਹਦਾ। ਫਿਰ ਮਹਾਰਾਜ ਨੇ ਸਵਾਲ ਕੀਤਾ ਕਿ ਕਤ ਪਾਈਏ, ਫਿਰ ਕਿਵੇਂ ਪਾਈਏ? ਜਿਹੜਾ ਕਿ ਮਨ ਦੀ ਰੁਚੀ ਵਾਲਾ ਹੈ, ਮਨ ਨੂੰ ਮੋਹ ਲੈਣ ਵਾਲਾ ਹੈ, ਉਹ ਵਾਹਿਗੁਰੂ ਅਕਾਲ ਪੁਰਖ, ਅਸੀਂ ਉਹਨੂੰ ਫਿਰ ਕਿਵੇਂ ਪ੍ਰਾਪਤ ਕਰੀਏ? ਹਾਂਜੀ। खोज असंख्या अनेकत पंथा, संखा अनिकत पंथा, बिन गुर नहीं पहुँचा, बिन गुर नहीं पहुँचा। कहो नानक कृपा करी ठाकुर, कहो नानक कृपा करी ठाकुर, मिल साधु रस पुंचा, मिल साधु रस पुंचा। खोज असंख्या अनिकत पंथा, बिन गुर नहीं पहुँचा। पंचम पातशाह महाराज कहते बड़े रस्ते ढूंढे असी, बड़े तरीके वरते। कोई कहता जी नाम देने अगाह नहीं दसना, कोई कहता जी इन्नियां माला फेर लो, कोई कहता जी रात नूं 12 बजे तो बाद उठो, कोले पानी की गड़बी रखो। तरीके दस रहा मैं, क्योंकि ये चीज़ों दास ने बड़ा कुछ करके वेखिया पर नहीं मिले, नहीं मिल सकता इस तरह। इत्थे पंचम पातशाह भी यही गल सानू स्पष्ट करते हैं कि जिन्ने बड़े होर रस्ते बड़े ने, नाम तो बिना होर रस्ते असी नाम की डेफिनेशन ही ना जान सके, असी गिणतियां तक रह गए। कोई कहता जी साढ़े 4 नाम ने, कोई कहता साढ़े 5 ने, कोई कहता दसना नहीं, पर महाराज ने सानू लिख के देता, दसण वाली तो गल ही कोई नहीं। महाराज कहते आप जपो, अपना नाम जपाओ, तुसीं भी जपो भाई, होरां नूं भी दसो। जिहड़ी चीज़ नाल आनंद प्राप्त होता है तुसीं क्यों रखी बैठे हो, दसो। ये गल साडे धार्मिक पंथां विच, साडे ग्रंथां विच गल लिखी गई
ਕਿ ਜਿਹੜਾ ਬੰਦਾ ਗਿਆਨ ਲੈ ਕੇ ਮਰ ਜਾਂਦਾ ਹੈ, ਸਾਨੂੰ ਇਹ ਚੀਜ਼ ਪੜ੍ਹਾਈ ਗਈ ਕਿ ਅਗਲਾ ਜਨਮ ਉਹਦਾ ਮਗਰਮੱਛ ਦਾ ਹੈ। ਜਿਹੜਾ ਸਾਰਾ ਕੁਝ ਲੈ ਕੇ ਬਹਿ ਗਿਆ ਨਾ, ਆਪਣਾ ਦੇ ਕੇ ਨਹੀਂ ਗਿਆ ਕਿਸੇ ਨੂੰ, ਕਹਿੰਦੇ ਮਗਰਮੱਛ ਦਾ ਹੈ। ਕਿਉਂਕਿ ਗਿਆਨ, ਨੌਲੇਜ ਇੱਕ ਐਸਾ ਪਦਾਰਥ ਹੈ, ਇੱਕ ਐਸਾ ਦਾਨ ਹੈ, ਵਿਦਿਆ ਦਾ ਦਾਨ ਜਿਹੜਾ ਮਰ ਕਹਿੰਦੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਉਹ ਤਾਂ ਪਰਉਪਕਾਰੀ ਹੋ ਗਿਆ ਉਸੇ ਵੇਲੇ। ਜਿਸ ਨੇ ਵਿਦਿਆ ਦੀ ਵਿਚਾਰ ਕੀਤੀ ਉਹ ਪਰਉਪਕਾਰੀ ਹੋ ਗਿਆ। ਜੇ ਵਿਦਿਆ ਪੜ੍ਹ ਕੇ ਵੀ ਸਵਾਰਥੀ ਰਿਹਾ ਫਿਰ ਤਾਂ ਕੋਈ ਫਾਇਦਾ ਨਾ ਹੋਇਆ ਕਿਸੇ ਪੜ੍ਹਨ ਦਾ, ਫਿਰ ਤਾਂ ਕਿਸੇ ਨੂੰ ਕੋਈ ਫਾਇਦਾ ਨਾ ਹੋਇਆ ਉਹਦਾ। ਇੱਥੇ ਹੁਣ ਮਹਾਰਾਜ ਜੀ ਗੱਲ ਸਪਸ਼ਟ ਕਰਦੇ ਪਏ ਨੇ, ਖੋਜ ਅਸੰਖਾ, ਬੜੇ ਅਸੰਖ ਖੋਜ ਕੀਤੀਆਂ ਮੈਂ, ਜੋ ਗਿਣਤੀ ਨਹੀਂ ਕਿੰਨੀ ਖੋਜ ਕੀਤੀ। ਅਨਕ ਪੰਥਾ, ਅਨਕਿਤ ਪੰਥਾ, ਅਨੇਕਾਂ ਹੀ ਰਸਤੇ ਢੂੰਡੇ, ਬਿਨ ਗੁਰ ਨਹੀਂ ਪਹੁੰਚਾ। ਇੱਥੇ ਬਿਨ ਗੁਰ ਤੋਂ ਭਾਵ ਹੈ ਨੌਲੇਜ। ਦਾਸ ਨੇ ਬੜੀ ਵਾਰੀ ਕਿਹਾ ਜਦੋਂ ਰਾਰਾ ਮੁਕਤਾ ਆ ਜਾਏ, ਗਿਆਨ ਦੀ ਗੱਲ ਹੈ, ਜਦ ਤੱਕ ਪੂਰਨ ਨੌਲੇਜ ਨਹੀਂ ਹੋਏਗੀ, ਪੂਰਾ ਗਿਆਨ ਨਹੀਂ। ਤੇ ਮਾਰੇ ਕਹਿੰਦੇ ਨੀ, ਆਪਾਂ ਕਹਾਵਤ ਪੜ੍ਹਦੇ ਆਪਾਂ ਇਹ ਕਿ ਨੀਮ ਹਕੀਮ ਖਤਰਾਏ ਜਾਣ। ਅੱਧੀ ਨੌਲੇਜ, ਅੱਧਾ ਗਿਆਨ ਜਿਹੜਾ ਹੈ, ਕਿਉਂਕਿ ਅਸੀਂ ਅੱਧਾ ਪੜ੍ਹਦੇ ਹਾਂ, ਸਾਨੂੰ ਜਿੰਨੀ ਕੁ ਚੀਜ਼ ਸਾਡੇ ਮਤਲਬ ਦੀ ਹੁੰਦੀ ਹੈ ਨਾ ਬਾਣੀ 'ਚੋਂ, ਅਸੀਂ ਉਨੀ ਕੁ ਕੱਢ ਲੈਂਦੇ ਹਾਂ ਵੀ ਆਹ ਵੇਖੋ ਜੀ ਬਾਣੀ 'ਚ ਲਿਖਿਆ। ਕਿਉਂਕਿ ਬਚਪਨ 'ਚ ਸਾਡੇ ਪਿਤਾ ਜੀ ਨੇ ਕਹਿਣਾ ਵੀ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਪਾਠ ਕਰਿਆ ਕਰੋ, ਇਹ ਕਰਿਆ ਕਰੋ, ਕਹਿੰਦੇ ਆਪਾਂ ਵੀ ਕਹਿੰਦੇ ਹਾਂ। ਅਤੇ ਅਸੀਂ ਵੀ ਫਿਰ ਉਦੋਂ ਚਲਾਕੀਆਂ ਕਰਦੇ, ਆਪਣੇ ਪਿਓ ਨੂੰ ਕਹਿਣਾ, ਪਿਤਾ ਨੂੰ ਕਿ ਪਾਪਾ ਜੀ ਆਹ ਵੇਖੋ ਬਾਣੀ 'ਚ ਲਿਖਿਆ, ਸਾਧ ਭਲੇ ਅਣਨਾਤਿਆਂ ਚੋਰ ਸਚੋਰਾਂ ਚੋਰ। ਅਤੇ ਮਾਰੇ ਨੇ ਉਹਨਾਂ ਨੇ ਕਹਿਣਾ ਪਾਪਾ ਜੀ ਨੇ ਵੀ ਨਹੀਂ ਪੁੱਤਰ, ਇਹ ਸ਼ਬਦ ਨੂੰ ਪੂਰਾ ਪੜ੍ਹੋ ਫਿਰ ਸਮਝ ਆਊਗੀ, ਆਪਣੀ ਲਾਈਨ ਨਾ ਕੱਢੋ ਵਿੱਚੋਂ, ਪੂਰਾ ਸ਼ਬਦ ਪੜ੍ਹੋ ਫਿਰ ਪਤਾ ਲੱਗੇਗਾ। ਇਸ ਕਰਕੇ ਜਦ ਤੱਕ ਅਸੀਂ ਪੂਰਾ ਸ਼ਬਦ ਨਹੀਂ ਪੜ੍ਹਦੇ, ਪੂਰੀ ਨੌਲੇਜ ਨਹੀਂ ਜਾਣਦੇ, ਤਦ ਤੱਕ ਉਹਨੂੰ ਆਪਣੇ ਮੁਤਾਬਕ ਵਰਤੀ ਜਾਵਾਂਗੇ। ਅਸੀਂ ਇੰਝ ਹੀ ਵਰਤਣ ਲੱਗੇ ਹੋਏ ਹਾਂ। ਆਹ ਵੇਖੋ, ਜਦੋਂ ਵੀ ਵੇਖਦੇ ਹਾਂ ਦੋ ਲੈਣਾ ਸੁਣਾ ਦਿੰਦੇ ਹਾਂ ਵਿੱਚੋਂ, ਆਹ ਦੇਖੋ ਜੀ ਬਾਣੀ 'ਚ ਲਿਖਿਆ, ਪਰ ਪੂਰਾ ਕੀ ਲਿਖਿਆ, ਇਹਦਾ ਮਤਲਬ ਕੀ ਹੈ, ਪਿੱਛੋਂ ਤੋਂ ਨਹੀਂ ਪੜ੍ਹਦੇ ਵੀ ਕਿਉਂ ਲਿਖਿਆ ਹੈ। ਇੱਥੇ ਵੀ ਮਹਾਰਾਜ ਇਹ ਗੱਲ ਕਹਿੰਦੇ, ਬਿਨ ਗੁਰ ਨਹੀਂ, ਗਿਆਨ ਤੋਂ ਬਿਨਾਂ, ਗੁਰੂ ਤੋਂ ਬਿਨਾਂ ਪਹੁੰਚ ਨਹੀਂ ਹੋ ਸਕਦੀ। ਕਉ ਨਾਨਕ ਕਿਰਪਾ ਕਰੀ ਠਾਕੁਰ, ਮਿਲ ਸਾਧੂ ਰਸ ਪੁੰਚਾ। ਦੇਖੋ ਮਹਾਰਾਜ ਨੇ ਬੜੀ ਕਲੀਅਰ ਗੱਲ ਕੀਤੀ, ਕਿਰਪਾ ਕਰੀ ਠਾਕੁਰ, ਉਸ ਠਾਕੁਰ ਨੇ ਬੜੀ ਕਿਰਪਾ ਕੀਤੀ, ਸਾਨੂੰ ਗੁਰੂ ਨਾਲ ਮਿਲਾ ਦਿੱਤਾ। ਕਿਉਂਕਿ ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਧਰੀਜੈ ਜੀਉ। ਤੇ ਗੁਰੂ ਦੇ ਨਾਲ ਜੁੜ ਕੇ ਅਸੀਂ ਉਸ ਨਾਮ ਰਸ ਨੂੰ ਪੁੰਚਾ ਭੋਗਿਆ, ਕਹਿੰਦੇ ਉਹਨੂੰ ਪ੍ਰਾਪਤ ਕਰ ਲਿਆ। ਜਿਸ ਨਾਮ ਰਸ ਦੀ ਬਾਣੀ 'ਚ ਗੱਲ ਹੁੰਦੀ ਹੈ ਨਾ, ਕਹਿੰਦੇ ਉਹਨੂੰ ਭੋਗਿਆ, ਉਦੋਂ ਜਾਣਿਆ, ਉਦੋਂ ਸਮਝਿਆ, ਉਦੋਂ ਦਾ ਆਨੰਦ ਮਾਣਿਆ। ਹਾਂਜੀ। ਦੇਵ ਗੰਧਾਰੀ ਮਹੱਲਾ ਪੰਜਵਾਂ। ਦੇਵ ਗੰਧਾਰੀ ਮਹੱਲਾ ਪੰਜਵਾਂ। ਮੈਂ ਬਹੁ ਬਿਦ ਪੇਖਿਓ, ਮੈਂ ਬਹੁ ਬਿਦ ਦੇਖਿਓ, ਦੂਜਾ ਨਾਹੀ ਰੇ ਕੋ, ਦੂਜਾ ਨਾਹੀ ਰੀ ਕੋ। ਖੰਡ ਦੀਪ ਸਭ ਪੀਤਰ ਰਵਿਆ, ਖੰਡ ਦੀਪ ਸਭ ਪੀਤਰ ਰਵਿਆ। ਪੂਰ ਰਹਿਓ ਸਭ ਲੋ, ਪੂਰ ਰਹਿਓ ਸਭ ਲੋ। ਰਹਾਉ। ਦੇਵ ਗੰਧਾਰੀ ਮਹੱਲਾ ਪੰਜਵਾਂ। ਮੈਂ ਬਹੁ ਬਿਦ ਪੇਖਿਓ, ਦੂਜਾ ਨਾਹੀ ਰੀ ਕੋ। ਐ ਮੇਰੀ ਸਖੀ ਹੈ, ਮੇਰੇ ਮਿੱਤਰ, ਮੈਂ ਬੜੇ ਤਰੀਕਿਆਂ ਨਾਲ ਖੋਜ ਕੇ ਵੇਖਿਆ, ਦੂਜਾ ਹੈ ਹੀ ਨਹੀਂ ਕੋਈ। ਉਸ ਵਾਹਿਗੁਰੂ ਅਕਾਲ ਪੁਰਖ ਦੇ ਬਰਾਬਰ ਹੋਰ ਦੂਜਾ ਹੈ ਹੀ ਨਹੀਂ ਕੋਈ। ਮਹਾਰਾਜ ਕਹਿੰਦੇ ਖੰਡ ਦੀਪ ਸਭ ਪੀਤਰ ਰਵਿਆ, ਪੂਰ ਰਹਿਓ ਸਭ ਲਊ। ਰਹਾਉ। ਉਹ ਕਹਿੰਦੇ ਖੰਡਾਂ ਵਿੱਚ, ਬ੍ਰਹਿਮੰਡਾਂ ਵਿੱਚ, ਦੀਪਾਂ ਵਿੱਚ, ਸਾਰੇ ਲੋਹਾਂ ਵਿੱਚ, ਇਹ ਧਰਤੀ ਦੇ ਜਿੰਨੇ ਵੀ ਬ੍ਰਹਿਮੰਡ ਵਿੱਚ ਸਾਨੂੰ ਦੂਰ ਤੱਕ ਨਜ਼ਰ ਆਉਂਦਾ ਹੈ, ਉਹ ਸਾਰਿਆਂ ਵਿੱਚ ਰਵਿਆ ਹੋਇਆ ਹੈ, ਸਾਰੇ ਪਾਸੇ ਸਮਾਇਆ ਹੋਇਆ ਹੈ, ਹਰ ਜਗ੍ਹਾ ਹੈ। ਹਾਂਜੀ। ਅਗਮ ਅਗੰਮਾ ਕਵਨ ਮਹਿਮਾ, ਅਗਮ ਅਗੰਮਾ ਕਵਨ ਮਹਿਮਾ। ਮਨ ਜੀਵੈ ਸੁਨ ਸੋ, ਮਨ ਜੀਵੈ ਸੁਨ ਸੋ। ਚਾਰ ਆਸਰਮ ਚਾਰ ਵਰਨਾ, ਚਾਰ ਆਸ਼ਰਮ ਚਾਰ ਵਰਨਾ। ਮੁਕਤ ਪਏ ਸੇਵਤੋ, ਮੁਕਤ ਭਏ ਸੇਵਤੋ। ਅਗਮ ਅਗੰਮਾ ਕਵਨ ਮਹਿਮਾ, ਮਨ ਜੀਵੈ ਸੁਨ ਸੋ। ਤੇ ਮਹਾਰਾਜ ਕਹਿੰਦੇ ਉਹ ਤੇ ਅਗਮ ਅਗੰਮਾ,
ਪਹੁੰਚ ਤੋਂ ਪਰੇ। ਉਹਦੀ ਵਡਿਆਈ ਕੌਣ ਕਰ ਸਕਦਾ? ਕਵਨ ਮਹਿਮਾ, ਉਹਦੀ ਮਹਿਮਾ ਕੌਣ ਕਰ ਸਕਦਾ ਫਿਰ? ਕਿਉਂਕਿ ਸਾਡੀ ਮੱਤ ਬੁੱਧ ਇੰਨੀ ਨਹੀਂ। ਮਨ ਜੀਵੈ ਸੁਣ ਸੋਊ, ਅਸੀਂ ਤੇ ਉਹਦੀ ਸੋਭਾ ਸੁਣ ਸੁਣ ਕੇ ਹੀ ਜਿਉਂਦੇ ਹਾਂ। ਸੁਣ ਕੇ ਵਡਿਆਈ ਉਸ ਦੀ ਸਾਡਾ ਜੀਵਨ ਬਣ ਗਿਆ। ਕਿਉਂਕਿ ਸੁਣਿਆ ਦੀਆਂ 4 ਪੌੜੀਆਂ ਜਪ ਬਾਣੀ ਵਿੱਚ ਪੜ੍ਹਦੇ ਹਾਂ ਰੋਜ਼ ਆਪਾਂ। ਮਹਾਰਾਜ ਨੇ ਪਹਿਲਾਂ ਸੁਣਨ ਦੀ ਗੱਲ ਕੀਤੀ, ਉਸ ਤੋਂ ਬਾਅਦ ਮੰਨਣ ਦੀ ਕੀਤੀ। ਇਹ ਕਰਕੇ ਉਹਦੇ ਵਡਿਆਈਆਂ ਨੂੰ, ਉਹਦੇ ਗੁਣਾਂ ਨੂੰ ਸੁਣ ਸੁਣ ਕੇ ਸਾਡਾ ਜੀਵਨ ਬਣ ਗਿਆ। 4 ਆਸ਼ਰਮ 4 ਬਰਨਾ, ਮੁਕਤ ਭਏ ਸੇਵਤੋ। ਜਿਹਨੇ ਵੀ ਤੇਰੀ ਸੇਵਾ ਕੀਤੀ ਉਹ ਮੁਕਤ ਹੋ ਗਿਆ, ਭਾਵੇਂ ਉਹ ਕਿਹੜੇ ਹੀ ਆਸ਼ਰਮ ਦਾ। ਕਿਉਂਕਿ ਹਿੰਦੂ ਮਤ ਵਿੱਚ 4 ਆਸ਼ਰਮ ਮੰਨੇ ਗਏ ਨੇ, ਬ੍ਰਹਮਚਰਜ, ਗ੍ਰਸਤ, ਵਾਨਪ੍ਰਸਥ ਤੇ ਸੰਨਿਆਸ। ਤੇ 4 ਹੀ ਵਰਨ, ਖੱਤਰੀ, ਬ੍ਰਾਹਮਣ, ਸੂਦ, ਵੈਸ਼। ਕਿਸੇ ਨੇ ਵੀ ਭਾਵੇਂ ਉਸ ਨੂੰ ਜਪਿਆ, ਮਾਰ ਕਹਿੰਦੇ ਉਹ ਇਸ ਸੰਸਾਰ ਤੋਂ ਪਾਰ ਹੋ ਗਿਆ। ਹਾਂਜੀ। ਗੁਰ ਸ਼ਬਦ ਦਿੜਾਇਆ ਪਰਮ ਪਦ ਪਾਇਆ, ਗੁਰ ਸ਼ਬਦ ਦ੍ਰਿੜਾਇਆ ਪਰਮ ਪਦ ਪਾਇਆ। ਦੁਤੀ ਗਏ ਸੁਖ ਹੋ, ਦੁਤੀ ਗਏ ਸੁਖ ਹੋ। ਕਹੋ ਨਾਨਕ ਪਵ ਸਾਗਰ ਤਰਿਆ, ਹਰ ਨਿਦ ਪਾਈ ਸਹਜੋ। ਗੁਰ ਸ਼ਬਦ ਦ੍ਰਿੜਾਇਆ ਪਰਮ ਪਦ ਪਾਇਆ, ਦੁਤੀ ਗਏ ਸੁਖ ਹੋਊ। ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਅੰਦਰ ਦ੍ਰਿੜ ਕੀਤਾ ਹੈ, ਪੱਕਾ ਕਰ ਲੈਣਾ ਗੁਰੂ ਦੇ ਉਪਦੇਸ਼ ਨੂੰ, ਉਹਨਾਂ ਨੂੰ ਇਹ ਪਰਮ ਪਦ ਪ੍ਰਾਪਤ ਹੋ ਗਿਆ। ਪਰਮ ਪਦ ਹੈ ਉੱਚੀ ਅਵਸਥਾ, ਸਹਿਜ ਅਵਸਥਾ, ਚੌਥਾ ਪਦ ਨਿਜ ਘਰ। ਦੁਤੀ ਗਏ ਸੁਖ ਹੋਊ, ਕਿਉਂਕਿ ਉਹਨਾਂ ਅੰਦਰੋਂ ਦ્વੈਤ ਭਾਵ ਨਿਕਲ ਗਈ, ਉਹ ਸੁਖੀ ਹੋ ਗਏ। ਦ્વੈਤ ਭਾਵ ਕਰਕੇ ਦੁਖੀ ਹਾਂ ਅਸੀਂ, ਮੈਂ ਮੇਰੀ ਤੇ ਦ્વੈਤ, ਉਹ ਆਪਣਾ ਨਹੀਂ, ਉਹ ਬਗਾਨਾ ਹੈ, ਉਹ ਮੇਰਾ ਹੈ, ਇਹ ਚੀਜ਼ਾਂ ਖਤਮ ਹੋ ਗਈਆਂ। ਕਹੋ ਨਾਨਕ ਪਵ ਸਾਗਰ ਤਰਿਆ, ਹਰ ਨਿਦ ਪਾਈ ਸਹਜੋ। ਤੇ 5ਵੇਂ ਨਾਨਕ ਮਹਾਰਾਜ ਨੇ ਭਾਈ ਉਹਨਾਂ ਨੇ ਇਹ ਸੰਸਾਰ ਸਾਗਰ ਨੂੰ ਇਸ ਤਰ੍ਹਾਂ ਤਰਿਆ ਕਿਉਂਕਿ ਨਾਮ ਰੂਪੀ ਇਸ ਖਜ਼ਾਨੇ ਨੂੰ ਉਹਨਾਂ ਨੇ ਸਹਿਜੇ ਪ੍ਰਾਪਤ ਕਰ ਲਿਆ। ਸੰਗਤ ਵਿੱਚ ਆ ਕੇ ਵਿਚਾਰ ਕਰਦਿਆਂ ਹੋਇਆਂ, ਕਹਿੰਦੇ ਸਹਿਜੇ ਹੀ ਗ੍ਰਸਥ ਵਿੱਚ ਰਹਿੰਦਿਆਂ ਹੋਇਆਂ, ਉਠਤ ਬੈਠਤ ਸੋਬਤ ਨਾਮ। ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਸਹਿਜੇ ਹੀ ਸੁਭਾਵਿਕ ਹੀ ਉਸ ਰਸ ਨੂੰ ਉਹ ਪ੍ਰਾਪਤ ਕਰ ਗਏ। ਵਾਹਿਗੁਰੂ मेरे राम हम बारक हर प्रभ के हैं ए आणे। हम बारक हर प्रभ के हैं ए आणे।